अपने आसपास की खबरें देखने के लिए सब्सक्राइब करें युवा जन संदेश न्यूज़ नोटिफिकेशन पाने के लिए बेल आइकन को प्रेस करना न ਤੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਸਾਨੂੰ ਕਾਲ ਤੱਕ ਤੇ ਬਿਲਕੁਲ ਨਹੀਂ ਬੁਲਾਇਆ ਗਿਆ ਨਾ ਸਾਨੂੰ ਕੋਈ ਚਿੱਠੀ ਪੱਤਰ ਆਇਆ ਨਾ ਸਾਨੂੰ ਕੋਈ ਪ੍ਰਮਾਣ ਦਾ ਪਤਾ ਹੈ ਤੇ ਜੋ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਕੋਈ ਕੁਝ ਸ਼ਰਾਰਤੀ ਤੱਤਾਂ ਨੇ ਗਲਤ ਤੱਥ ਪੇਸ਼ ਕਰਕੇ ਕਾਲ ਤੱਕ ਤੇ ਉਥੋਂ ਪ੍ਰਮਾਣ ਲੈ ਕੇ ਤੇ ਗੰਗਾਨਗਰ ਤੇ ਰਾਜਸਥਾਨ ਦੇ ਵਿੱਚ ਵੈਭਵ ਫੈਲਾ ਰੱਖਿਆ ਲੜਾਈ ਝਗੜਾ ਕਰਨ ਵਾਸਤੇ ਫਿਰਦੇ ਹੈ ਜਿਹੜਾ ਕਿ ਬਿਲਕੁਲ ਗਲਤ ਹੈ। ਤੇ ਹੁਣ ਤੱਕ ਦੇ ਜਿੰਨੇ ਵੀ ਡਾਕੂਮੈਂਟ ਹੈਗੇ ਆ ਕਮੇਟੀ ਦੀ ਤਰਫੋਂ ਅਸੀਂ ਮੀਡੀਆ ਦੇ ਸਾਹਮਣੇ ਪੂਰੇ ਸਿੱਖ ਸਮਾਜ ਦੀ ਤਰਫੋਂ ਪੂਰੇ ਵਿਸ਼ਵ 'ਚ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਕੋਲੇ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਗੁਰੂ ਘਰ ਨੂੰ ਬਣਾਇਆ ਕਮੇਟੀ ਨੇ ਸਿੱਖ ਧਰਮ ਪ੍ਰਚਾਰ ਕਮੇਟੀ ਰਾਜਸਥਾਨ ਜਿਨ੍ਹਾਂ ਦੇ ਅਧਿਕਸ਼ ਸੂਰਤਾ ਸਿੰਘ ਜੀ ਉਹਨਾਂ ਤੋਂ ਅਸੀਂ ਪਰਮਿਸ਼ਨ ਲਈ ਹੈ ਗੁਰੂ ਘਰ ਬਣਾਉਣ ਦੀ ਅਸੀਂ ਪਰਮਿਸ਼ਨ ਲਈ ਹੋਈ ਹੈ। ਇਹ ਪਰਮਿਸ਼ਨ ਅਸੀਂ ਲਈ ਹੈ ਜੀ 2016 ਦੇ ਵਿੱਚ ਅਸੀਂ ਪਰਮਿਸ਼ਨ ਲਈ ਹੈ 12/9/2016 ਦੇ ਵਿੱਚ ਅਸੀਂ ਇਹ ਪਰਮਿਸ਼ਨ ਲੈ ਕੇ ਗੁਰੂ ਘਰ ਦਾ ਨਿਰਮਾਣ ਚਾਲੂ ਕੀਤਾ ਸੀਗਾ। ਉਸ ਤੋਂ ਬਾਅਦ ਅਸੀਂ ਜੋ ਜ਼ਮੀਨ ਗੁਰੂ ਘਰ ਦੀ ਸੀਗੀ ਉਹ ਅਸੀਂ ਲੋਹ ਲੰਗਰ ਸਾਹਿਬ ਗੁਰਦੁਆਰਾ ਸ਼੍ਰੀ ਸਤਕਰਤਾਰ ਸਾਹਿਬ ਦੇ ਨਾਮ ਗੁਰੂ ਗ੍ਰੰਥ ਸਾਹਿਬ ਦੇ ਨਾਮ ਅਸੀਂ ਕਰਵਾਈ ਹੈ। ਉਹ ਰਸੀਦ ਹੈਗੀ ਆ ਉਹਦੀ ਰਸੀਦ ਹੈ। ਉਸ ਤੋਂ ਬਾਅਦ ਅਸੀਂ ਜਿਹੜੀ ਸਾਡੀ ਕਮੇਟੀ ਹੈਗੀ ਹੈ ਉਹ ਕਮੇਟੀ ਰਜਿਸਟਰਡ ਹੈ ਜਿਹਨੂੰ ਕਿ ਐਡ ਕਈ ਫੇਸਬੁੱਕਾਂ 'ਤੇ ਹੋਰ ਹੈ ਉਹਨੂੰ ਫਰਜ਼ੀ ਕਮੇਟੀ ਦੱਸਦੇ ਹੈ। ਉਹ ਫਰਜ਼ੀ ਕਮੇਟੀ ਨਹੀਂ ਹੈ। ਉਹ ਫਰਜ਼ੀ ਕਮੇਟੀ ਦੇਵਸਥਾਨ ਵਿਭਾਗ ਹਨੂੰਮਾਨਗੜ੍ਹ ਰਾਜਸਥਾਨ ਤੋਂ ਰਜਿਸਟਰਡ ਕਮੇਟੀ ਹੈ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਸੀਂ ਅਕਾਲ ਤਖ਼ਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਲੈ ਕੇ ਆਏ ਹਾਂ। ਉਹਦੀ ਰਸੀਦ ਹੈ 11 ਜੀ ਦੇ ਨਾਮ ਹੈ। ਸਾਡੀ ਇਹ ਗੁਰੂ ਘਰ ਸਾਨੂੰ ਅਕਾਲ ਤਖ਼ਤ ਤੋਂ ਦਿੱਤਾ ਗਿਆ ਸੀ ਉਦੋਂ ਹੀ ਅਸੀਂ ਪ੍ਰਕਾਸ਼ ਕੀਤਾ ਹੈ। ਕਦੋਂ ਦੀ ਤਰੀਕ ਹੈ ਜੀ 30/5/2015 ਜਿਹੜੇ 11 ਜੀ ਦੇ ਨਾਮ ਸੀ 11 ਜੀ ਦੇ ਨਾਮ ਹੈ। ਨਾਨਕ ਸਾਹਿਬ ਦੇਖੋ ਜੀ 11 ਨਾ ਬਿਲਕੁਲ ਹੀ ਨਹੀਂ ਹੈ 11 ਜੀ ਦੇ ਨਾਮ ਹੈ ਬਿਲਕੁਲ ਤੁਸੀਂ ਵਾਰ ਕੇ ਦੇਖੋ ਜਿਹੜਾ ਅਕਾਲ ਤਖ਼ਤ ਤੇ ਤੁਸੀਂ ਕੋਈ ਅਰਜ਼ੀ ਲਾਈ ਹੋਣੀ ਹੈ ਦੇਖੋ ਜੀ ਉਹ ਅਕਾਲ ਤਖ਼ਤ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਕੀ ਲਾਈ ਹੈ ਕੀ ਨਹੀਂ ਲਾਈ ਗਈ ਪਤਾ ਨਹੀਂ। ਦੇਖੋ ਆ ਚੀਜ਼ ਅਸੀਂ ਲਾਈ ਹੈ ਤਾਂ ਦੇਖੋ ਕੀ ਲਾਈ ਸੀ ਦੇਖੋ 2015 ਚ ਲਾਈ ਹੈ। ਦੇਖੋ ਸਾਡੇ ਕੋਲੇ ਦਿੱਤਾ ਸਾਨੂੰ ਅਕਾਲ ਤਖ਼ਤ ਨੇ ਕੋਈ ਹੋਰ ਤਾਂ ਨਹੀਂ ਦਿੱਤਾ ਕਿਸੇ ਨੇ ਅਕਾਲ ਤਖ਼ਤ ਨੇ ਦਿੱਤਾ। ਦੇਖੋ ਅਗਰ ਅਸੀਂ ਕਿਸੇ ਹੋਰ ਨਾਂ ਦੀ ਅਰਜ਼ੀ ਲਾਈ ਹੈ ਤਾਂ ਸਾਨੂੰ ਅਕਾਲ ਤਖ਼ਤ ਨੇ 11 ਜੀ ਦੇ ਨਾਂ ਤੇ ਕਿਵੇਂ ਦੇਤਾ ਗੁਰੂ ਗ੍ਰੰਥ ਸਾਹਿਬ ਦਾ ਰਸੀਦ ਕਿਵੇਂ ਕੱਟਦੀ ਉਹਨਾਂ ਨੇ ਅਕਾਲ ਤਖ਼ਤ ਨੇ ਅਰਜ਼ੀ ਤਾਂ ਅਸੀਂ ਉੱਥੇ ਦਿੱਤੀ ਹੈ ਸਾਡੇ ਕੋਲ ਕਿਤੇ ਸਾਡੇ ਕੋਲ ਤਾਂ ਰਸੀਦ ਹੈ ਬਿਲਕੁਲ ਦੇਖੋ ਨਾ ਅਸੀਂ ਇਹ ਤੇ ਦੇਖਿਆ ਉੱਥੇ ਅਰਜ਼ੀ 11 ਜੀ ਦੇਖੋ ਜੀ ਅਸੀਂ ਤੁਹਾਨੂੰ ਦੱਸਦੇ ਹੋ ਤੁਸੀਂ ਉੱਥੇ ਜਾ ਕੇ ਦੇਖੋ ਉੱਥੇ ਜਾ ਕੇ ਪਤਾ ਕਰੋ ਤੁਸੀਂ ਹੈ। ਦੇਖੋ ਜੀ ਅਸੀਂ 11 ਜੀ ਦੇ ਹੈਗੇ ਤੇ 11 ਜੀ ਵਾਸਤੇ ਦਿੱਤੀ ਅਸੀਂ ਕੋਈ ਹੋਰ ਨਹੀਂ ਦਿੱਤੀ ਕਿਸੇ ਵਾਸਤੇ। ਜਦੋਂ ਅਸੀਂ 11 ਜੀ ਵਾਸਤੇ ਤੇ 11 ਜੀ ਦੀ ਉਹਨਾਂ ਨੇ ਰਸੀਦ ਕੱਢੀ ਹੈ ਤਾਂ ਉੱਥੇ 11 ਜੀ ਵਾਸਤੇ ਦਿੱਤਾ ਹੋਊਗਾ। ਅਗਰ ਹੋਰ ਕਿਸੇ ਵਾਸਤੇ ਦਿੱਤਾ ਹੋਵੇ ਤਾਂ ਹੋਰ ਕਿਸੇ ਦੀ ਰਸੀਦ ਹੋਣੀ ਚਾਹੀਦੀ ਹੈ। ਜਦੋਂ 11 ਜੀ ਦੀ ਰਸੀਦ ਹੈ ਤਾਂ ਫਿਰ ਜੀ ਅਗਰ ਉੱਥੇ ਹੋਰ ਕਿਸੇ ਵਾਸਤੇ ਦਿੱਤਾ ਹੋਵੇ ਤਾਂ ਉਹਨਾਂ ਨੂੰ ਕੀ ਜ਼ਰੂਰਤ ਸੀ 11 ਜੀ ਦੀ ਰਸੀਦ ਕੱਢਣ ਦੀ ਜ਼ਰੂਰਤ ਨਹੀਂ। ਪ੍ਰਧਾਨ ਜੀ ਸਵਾਲ ਸੀਗਾ ਮੇਰਾ ਇੱਕ ਬਿੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਮ ਬਿੱਲ ਆ ਰਿਹਾ ਹੈ ਤੇ ਗੁਰਦੁਆਰਾ ਸਾਹਿਬ ਦੇ ਨਾਮ ਤੇ ਬਿੱਲ ਹੈ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਬਿੱਲ ਆ ਰਿਹਾ ਹੈ। ਜਿਹੜੀ ਇਹ ਸ਼ਮਸ਼ਾਨ ਘਾਟ ਜਾਂ ਕਬਰਿਸਤਾਨ ਦੱਸਦੇ ਪੂਰੇ 11 ਜੀ ਚੱਕ ਦੇ ਵਿੱਚ ਕੋਈ ਸ਼ਮਸ਼ਾਨ ਘਾਟ ਨਹੀਂ ਹੈ। ਜਿਹੜਾ ਸ਼ਮਸ਼ਾਨ ਘਾਟ ਹੈ ਉਹ 5X ਤੇ ਹੈ ਨਾ ਕਿ 11 ਜੀ ਤੇ। ਅੱਜ ਤੱਕ 11 ਜੀ ਤੇ ਕੋਈ ਸ਼ਮਸ਼ਾਨ ਭੂਮੀ ਨਹੀਂ ਹੈ ਕਿ ਜਿੱਥੇ ਕਿਸੇ ਜੇ ਆਦਮੀ ਦਾ ਸੰਸਕਾਰ ਕੀਤਾ ਹੋਵੇ ਜਾਂ ਕਿਤੇ ਕੋਈ ਮੜੀ ਹੋਵੇ ਕਿਸੇ ਪ੍ਰਕਾਰ ਦਾ ਕੋਈ ਨਹੀਂ ਹੈ। ਸਿੰਘ ਸਾਹਿਬ ਬਾਬਾ ਹੈਪੀ ਜੀ ਦਾ ਇਹਨਾਂ ਦਾ ਕੀ ਸੰਬੰਧ ਹੈ? ਦੇਖੋ ਜੀ ਹੈਪੀ ਜੀ ਦਾ ਉਹ ਉਹਨਾਂ ਦਾ ਆਪਦਾ ਹੈ ਉਹਨਾਂ ਦਾ ਕੋਈ ਪਰਸਨਲ ਹੈ ਉਹ ਇਹਨਾਂ ਦੇ ਕੋਈ ਸ਼ਰਾਰਤੀ ਤੱਤਵ ਹੈਗੇ ਇੱਥੋਂ ਦੇ ਉਹਨਾਂ ਨਾਲ ਉਹਨਾਂ ਦਾ ਕੋਈ ਵਿਵਾਦ ਹੈ। ਸਾਡੇ ਨਾਲ ਤਾਂ ਵਿਵਾਦ ਹੀ ਨਹੀਂ ਹੈ। ਗੁਰਦੁਆਰਾ ਸਾਹਿਬ ਦਾ ਕੋਈ ਅਟੈਚਮੈਂਟ ਹੈ ਸਾਡੇ ਨਾਲ ਗੁਰਦੁਆਰਾ ਸਾਹਿਬ ਯਥਾਸਥਿਤੀ ਜ਼ੀਰੋ ਲਾਈਨ ਤੋਂ ਜਾ ਕੇ ਦੇਖ ਲਓ ਗੁਰੂ ਘਰ ਦੇ ਵਿੱਚ ਕੋਈ ਵੀ ਅਟੈਚਮੈਂਟ ਚੀਜ਼ ਨਹੀਂ ਹੈ।
ਕੋਈ ਪਦਾਧਿਕਾਰੀ ਹੈ ਇਸ ਕਮੇਟੀ ਦੇ ਉੱਤੇ नहीं साड़ी कमेटी में तो है ही नहीं है, साड़ी तक कितने भी नहीं है, बिल्कुल नहीं है, बिल्कुल नहीं है। साड़ी कमेटी के विच इस टाइम उन्होंने परिवार का कोई भी सदस्य नहीं है। ये एक गलत तथ्य पेश किए जा रहे हैं। देखो जी पहला मेरे को पहला कोई दिया है तो मैंने नहीं पता, लेकिन मैं जब तक का प्रधान है मेरे सामने ऐसी कोई गल नहीं है। उसके परिवार का कोई भी मैंबर कमेटी के विच नहीं। ਛੋਟੇ ਜਿਹੇ ਦੋ ਗੁਰਦੁਆਰਾ ਸਾਹਿਬ ਬਣਾਉਣ ਦੇ ਕੀ ਲੋੜ ਲੱਗੀ ਸੀ ਕੋਈ देखो गुरु घर ਕਿਹੜੇ ਦੋ ਘਰ ਉੱਥੇ ਇੱਕੋ ਹੀ ਗੁਰਦੁਆਰਾ ਹੈ। ਇੱਕ ਪਿੰਡ ਸੀ ਦੱਸਦੇ ਪਿੰਡ ਦੇ ਵਿੱਚ ਜਿਸ ਟਾਈਮ ਅਸੀਂ ਗੁਰੂ ਘਰ ਦੀ ਨੀਂਹ ਰੱਖੀ ਸੀ ਉਸ ਟਾਈਮ ਪਿੰਡ ਦੇ ਵਿੱਚ ਕੋਈ ਗੁਰਦੁਆਰਾ ਨਹੀਂ ਸੀ। ਉਸ ਟਾਈਮ ਮਸਜਿਦ ਦੇ ਵਿੱਚ ਗੁਰੂ ਘਰ ਪ੍ਰਕਾਸ਼ ਸੀਗਾ ਤੇ ਗੁਰੂ ਘਰ ਦੀ ਕੋਈ ਜਗ੍ਹਾ ਨਹੀਂ ਸੀ। ਜਦੋਂ ਅਸੀਂ ਇਹ ਉਸਾਰੀ ਕਰਕੇ ਇਹਦਾ ਨੀਹਾਂ ਭਰ ਕੇ ਉੱਪਰ ਲਿਆਏ ਆ ਉਸ ਤੋਂ ਬਾਅਦ ਕੁਝ ਹੋਰ ਲੋਕਾਂ ਨੇ ਇਹ ਸ਼ਰਾਰਤੀ ਤੱਤਾਂ ਨੇ ਮਿਲ ਕੇ ਉੱਥੇ ਗੁਰੂ ਘਰ ਨੂੰ ਦੁਬਾਰੇ ਬਣਾਇਆ ਹੈ। ਇਹ ਤਾਂ ਉਸ ਤੋਂ ਪਹਿਲਾਂ ਦੀ ਨੀਂਹ ਰੱਖੀ ਹੈ ਤਾਂ ਪਿੰਡ ਤੋਂ ਤੁਸੀਂ ਸਾਰੇ ਪਤਾ ਕਰ ਲਓ। ਇਹਦਾ ਕੀ ਮਸਜਿਦ ਸੀ ਪਹਿਲਾਂ ਤੇ ਮਸਜਿਦ ਇਹ ਤਾਂ ਮਸਜਿਦ ਦੇ ਵਿੱਚ ਗੁਰੂ ਘਰ ਸੀਗਾ। ਜ਼ਮੀਨ ਹੈਗੀ ਹੈ ਗੁਰਦੁਆਰਾ ਸਾਹਿਬ ਦੀ ਉਹ ਕਿਹਨੇ ਦਿੱਤੀ ਇਹ ਆਪਣੇ ਅਵਤਾਰ ਸਿੰਘ ਨੇ ਜ਼ਮੀਨ ਦਿੱਤੀ ਹੈ। ਅਵਤਾਰ ਸਿੰਘ ਨੇ ਦਾਨ ਕਰੀ ਹੈ ਜੀ। ਇਹ ਜਿਹੜਾ ਗੁਰਦੁਆਰਾ ਦਾ ਪਿੰਡ ਦੇ ਅੰਦਰ ਬਣਿਆ ਜਿਹੜਾ ਉਸ ਗੁਰਦੁਆਰੇ ਦੀ ਤੁਸੀਂ ਗੱਲ ਕਰ ਰਹੇ ਹੋ ਪਿੰਡ ਦੇ ਅੰਦਰ ਬਣਿਆ ਗੁਰਦੁਆਰੇ ਦਾ ਬਣਦੀ ਮਾਜੀਦਾ ਜੀ ਜੋ ਗੁਰਦੁਆਰੇ ਦੇ ਪ੍ਰਧਾਨ ਹੋ ਨਾ ਮੈਂ ਮਹਾਰਾਜ ਦੇ ਪ੍ਰਧਾਨ ਹਾਂ। ਉਹਦਾ ਕਿਉਂ ਪ੍ਰਧਾਨ ਉਹ ਗੁਰਦੁਆਰਾ ਦਾ ਕੀ ਮੈਂ ਸਤਿਕਾਰ ਸੇ ਉਹਦਾ ਮੈਨੂੰ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ। ਮੈਂ ਉਸ ਚੀਜ਼ ਨਾਲ ਕੋਈ ਮੈਟਰ ਨਹੀਂ। ਮੇਰਾ ਜੋ ਮੈਂ ਮੇਰੀ ਉੱਥੇ ਪਹਿਲਾਂ ਮਸਜਿਦ ਆ ਜੀ, ਮਸਜਿਦ ਦੇ ਵਿੱਚ ਮਹਾਰਾਜ ਰੱਖਿਆ ਆ। ਉਹ ਮਸਜਿਦ ਦੇ ਵਿੱਚ ਮਹਾਰਾਜ ਸੀ, ਗੁਰਦੁਆਰਾ ਬਣਾ ਦਿੱਤਾ ਹੈ ਹੀ ਨਹੀਂ ਸੀ। ਬਣਾਇਆ ਹੋਇਆ ਗੁਰਦੁਆਰਾ ਦਾ ਗੁਰਦੁਆਰਾ ਬਣਿਆ ਹੈ ਹੀ ਨਹੀਂ। ਹਾਂਜੀ ਪ੍ਰਧਾਨ ਜੀ ਤੁਸੀਂ ਪ੍ਰਧਾਨ ਕਦੋਂ ਤੋਂ ਹੋਏ ਇਸ ਕਮੇਟੀ ਦੇ ਇਹ ਮੈਂ 1 ਸਾਲ ਤੋਂ 1.5 ਸਾਲ ਤੋਂ ਪ੍ਰਧਾਨ ਹੈ। ਮੇਰਾ ਇੱਕ ਸਵਾਲ ਬੜਾ ਇੰਪੋਰਟੈਂਟ ਸੀਗਾ ਤੁਸੀਂ ਹਰਿਮੰਦਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਲੈ ਕੇ ਆਏ ਹੋ ਉਹਨਾਂ ਨੇ ਤੁਸੀਂ ਐਪਲੀਕੇਸ਼ਨ ਲਾਈ ਉਹਨਾਂ ਨੇ ਤੁਹਾਡੀ ਰਿਸੀਵ ਕਰਕੇ ਤੁਹਾਨੂੰ ਗੁਰੂ ਸਾਹਿਬ ਦੇ ਦਿੱਤੇ ਮਤਲਬ ਅਕਾਲ ਤਖਤ ਨੂੰ ਪਤਾ ਹੈ ਇਸ ਗੱਲ ਦਾ ਵੀ ਉਹਨਾਂ ਨੇ ਦਿੱਤਾ ਇੱਕ ਤਰ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਬਿਲਕੁਲ ਉਹਨਾਂ ਨੇ ਦਿੱਤਾ। ਫਿਰ ਅਕਾਲ ਤਖਤ ਤੁਹਾਡੇ ਖਿਲਾਫ ਕਿਉਂ ਹੁਕਮਨਾਮਾ ਜਾਰੀ ਕਰੀ ਜਾਂਦਾ ਹੈ ਮਤਲਬ ਅਕਾਲ ਦੇਖੋ ਅਗਰ ਉਹਨਾਂ ਨੇ ਦਿੱਤਾ ਹੈ, ਉਹਨਾਂ ਦਾ ਕੰਮ ਹੈ ਗੁਰੂ ਘਰ ਬਣਾਉਣੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਿੱਤੇ ਹੈ। ਲੇਕਿਨ ਕੁਝ ਸ਼ਰਾਰਤੀ ਤੱਤਵਾਂ ਨੇ ਉਹਨਾਂ ਕੋਲੇ ਜਾ ਕੇ ਪੇਸ਼ ਕਰਤਾ ਵੀ ਜੋ ਗੁਰੂ ਗ੍ਰੰਥ ਸਾਹਿਬ ਤੁਸੀਂ ਦਿੱਤਾ ਹੈ ਉਹ ਉਹਨਾਂ ਨੇ ਗਲਤ ਜਗ੍ਹਾ ਪ੍ਰਕਾਸ਼ ਕਰਤਾ, ਗਲਤ ਜਗ੍ਹਾ ਤੇ ਹੈ, ਹੋਰ ਕੁਝ ਨਹੀਂ ਹੈਗਾ। ਉਹ ਤਾਂ ਉਹਨਾਂ ਨੇ ਦਿੱਤਾ ਹੈ ਸਾਨੂੰ ਅਸੀਂ ਲਿਆਂਦਾ ਹੈ, ਅਸੀਂ ਸਹੀ ਜਗ੍ਹਾ ਤੇ ਪ੍ਰਕਾਸ਼ ਕੀਤਾ ਹੈ। ਜਿਨ੍ਹਾਂ ਨੇ ਦੁਬਾਰੇ ਉਹਨਾਂ ਨੂੰ ਗੁੰਮਰਾਹ ਕਰ ਲਿਆ ਜਾ ਕੇ ਗੁੰਮਰਾਹ ਕਰਕੇ ਉਹਨਾਂ ਨੇ ਕੰਮ ਕਰਦਾ ਜਿਹੜਾ ਕੋਈ ਨਹੀਂ ਕੀਤੀ ਹੈ ਉਹ ਲੋਕਾਂ ਨੇ। ਅੱਛਾ ਜਿਹੜੀ ਕੱਲ ਇੱਕ ਦੋ ਸਦੱਸੀਆ ਕਮੇਟੀ ਗਈ ਸੀ ਉੱਥੇ ਤੁਹਾਡੇ ਫੇਰਾ ਪਾ ਕੇ ਆਈ ਹੈ ਪੂਰਾ ਵਸਤੂ ਸਥਿਤੀ ਵੇਖ ਕੇ ਆਈ ਹੈ ਉਹਦੇ ਵਿੱਚ ਕੌਣ ਕੱਲ ਦੋ ਇੱਕ ਤਾਂ ਸਰ ਗੁਰੂ ਆਪਣੇ ਅਕਾਲ ਤਖਤ ਦੇ ਬੰਦੇ ਸੀ ਨੋਮੀਨੇਟ ਬੰਦੇ ਸੀ ਕੌਣ ਨਾਮ ਉਹ ਸਵਾਲ ਉਹ ਇਸ ਚੀਜ਼ ਦਾ ਕੁਝ ਨਹੀਂ ਹੈਗਾ। ਆਏ ਸੀ ਕਰਨਾ ਦਲ ਦੇ ਆਏ ਕੋਈ ਪ੍ਰਕਾਰ ਕਰ ਤੋਂ ਮੈਨੂੰ ਨਹੀਂ ਪਤਾ ਵੀ ਉਹ ਕਰਨਾ ਦਲ ਤੋਂ ਆਏ ਸੀ ਉਹ ਮਿਲੇ। ਉਹਨਾਂ ਨੇ ਇਹ ਬਹੁਤ ਹੀ ਅਫਸੋਸ ਜ਼ਾਹਿਰ ਕੀਤਾ ਇਸ ਗੱਲ ਦਾ ਬਈ ਇਹ ਵਿੰਦਰ ਸਿੰਘ ਉਹਨਾਂ ਦਾ ਨਾਮ ਸੀ ਕਰਨਾ ਦਲ ਦੇ ਸੀ ਅੰਮ੍ਰਿਤਸਰ ਤੋਂ ਆਏ। ਉਹਨਾਂ ਨੇ ਬਹੁਤ ਹੀ ਅਫਸੋਸ ਜ਼ਾਹਿਰ ਕੀਤਾ ਇਸ ਗੱਲ ਦਾ ਕਹਿ ਰਹੇ ਵੀ ਜੋ ਤੱਥਿਆ ਇਹ ਸ਼ਰਾਰਤੀ ਤੱਤਵ ਉੱਥੇ ਬੋਲ ਰਹੇ। ਇਹਨਾਂ ਨੇ ਕਿਹਾ ਹੈ ਵੀ ਕੋਈ ਪੀਰ ਦੀ ਜਗ੍ਹਾ ਹੈ ਉੱਪਰ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਕਰੇ ਇਹਨਾਂ ਨੇ। ਲੇਕਿਨ ਕਹਿੰਦੇ ਵੀ ਇਹ ਜੇ ਜੋ ਜਗ੍ਹਾ ਹੈ ਇੱਥੇ ਤਾਂ ਬਿਲਕੁਲ ਸਾਫ਼ ਸੁਥਰਾ ਜਗ੍ਹਾ ਹੈ, ਗੁਰੂ ਘਰ ਦੇ ਨਾਂ ਹੈ, ਬੜਾ ਸੋਹਣਾ ਵਾਸਨ ਕਰਾਇਆ ਗਿਆ, ਬੜਾ ਸੋਹਣਾ ਪ੍ਰਕਾਸ਼ ਹੈ ਗੁਰੂ ਸਾਹਿਬ ਦੇ, ਬੜਾ ਬਿਲਡਿੰਗ ਬਣੀ ਹੋਈ ਹੈ। ਉਹਨਾਂ ਨੇ ਬੜਾ ਇਤਰਾਜ਼ ਕੀਤਾ ਇਸ ਗੱਲ ਤੇ ਵੀ ਥੋੜਾ ਜਿਹਾ ਜਥੇਦਾਰ ਸਾਹਿਬ ਨੂੰ ਉਹਨਾਂ ਨੇ ਬੜੀ ਇਹ ਗੱਲ ਆਖੀ ਵੀ ਬਹੁਤ ਹੀ ਇਹ ਤਾਂ ਮਾੜੀ ਗੱਲ ਕਰੀ ਉਹਨਾਂ ਨੇ ਵੀ ਜੇ ਇਸ ਤਰੀਕੇ ਦਾ ਹੁਕਮਨਾਮਾ ਜਾਰੀ ਕਰਕੇ ਉਹ ਆਹ ਗੱਲ ਹੈ ਕਿ ਉਹਨਾਂ ਨੇ ਸਾਡੇ ਨਾਲ ਖੜੇ ਹੋਏ ਆ। ਉਹਨਾਂ ਨੇ ਜਿਹੜਾ ਉੱਥੇ ਕਮੇਟੀ ਨੇ ਚਲੋ ਤੁਹਾਡੇ ਉੱਤੇ ਜੋ ਵਸਤੂ ਸਥਿਤੀ ਦੇਖੀ ਹੈ ਉਹ ਜਾ ਕੇ ਅਕਾਲ ਤਖਤ ਨੂੰ ਰਿਪੋਰਟ ਮੈਂ ਉਹਨਾਂ ਨੇ ਜਾ ਕੇ ਕਿਹਾ ਹੋਣਾ ਜਾਂ ਨਹੀਂ ਕਿਹਾ ਜਾਂ ਉਹ ਤਾਂ ਉਹਨਾਂ ਦਾ ਫਰਜ਼ ਹੈ। ਲੇਕਿਨ ਮੈਂ ਇਹ ਸਾਰੇ ਪੱਤਰਕਾਰ ਬੈਠੇ ਬੰਦੂ ਭਾਈ ਬੈਠੇ ਮੈਂ ਸਾਰਿਆਂ ਨੂੰ ਹੀ ਕਹਿਣਾ ਕਿ ਜ਼ੀਰੋ ਲਾਈਨ ਤੋਂ ਉੱਤੇ ਸਾਡੇ ਗੁਰੂ ਘਰ ਸਾਹਿਬ ਨੂੰ ਦਿਖਾਓ। ਅਗਰ ਕੋਈ ਮੜੀ ਸਾਬਤ ਕਰਦਾ ਹੈ तो ਅਸੀਂ ਗੁਰੂ ਸਾਹਿਬ ਦੇ ਪਾਵਨ ਸਰੂਪ ਜਿਹੜੇ ਹੈ ਵੀ ਅਸੀਂ ਦੇ ਦਿਆਂਗੇ। ਕਿੱਥੇ ਦਿੱਕਤ ਹੈ? 5 ਆਦਮੀ ਹੋਣ ਤੇ ਜੇ ਮੜੀ ਦੇ ਉੱਤੇ ਪ੍ਰਕਾਸ਼ ਹੈ ਬਿਲਡਿੰਗ ਨਹੀਂ ਉੱਥੇ ਬਣੀ ਤਾਂ ਅਸੀਂ ਦੇਣ ਨੂੰ ਤਿਆਰ ਹਾਂ। ਕੋਈ ਸਾਡੇ ਉਹ ਹੋਏ ਇਹ ਤਾਂ ਤੁਸੀਂ ਪਹਿਲੇ ਦਿਨ ਤੋਂ ਕਹੀ ਜਾਂਦੇ ਹੋ ਬਿਲਕੁਲ ਸਾਡਾ ਤਾਂ ਫਸਟ ਥੰਦਾ ਕਹਿੰਦਾ ਅਗਰ ਕਿਤੇ ਹੋਈ ਨਹੀਂ ਹੈ ਤਾਂ ਅਸੀਂ ਕਹਿਣ ਨੂੰ ਤਿਆਰ ਹੈ। ਹਾਂਜੀ ਅਗਰ ਦੱਸੋ ਵੀ ਤੁਸੀਂ ਇਹ ਚੀਜ਼ਾਂ ਵੀ ਸਾਨੂੰ ਦੱਸੀਆਂ ਵੀ ਜਾ ਕੇ ਅਕਾਲ ਤਖਤ ਦੀ ਕੋਲ ਦੱਸੋ। ਅਸੀਂ ਤਾਂ ਜਦੋਂ ਸਾਨੂੰ ਬੁਲਾਇਆ ਹੀ ਨਹੀਂ ਗਿਆ ਤੁਸੀਂ ਦੱਸੀਏ ਕੀ ਕਦੋਂ ਬੁਲਾਇਆ? ਸਾਡੇ ਕੋਲ ਕੋਈ ਲੈਟਰ ਆਇਆ, ਸਾਡੇ ਕੋਲ ਸੈਨ ਹੈ, ਕੋਈ ਹੈ, ਕੋਈ ਸਾਨੂੰ ਦੱਸੋ। ਅਸੀਂ ਤਾਂ ਇਸੇ ਦੇਖੋ ਅਸੀਂ ਇਸ ਚੀਜ਼ ਨੂੰ ਬਾਰ-ਬਾਰ ਕਹਿ ਰਹੇ ਹਾਂ
ਕਿ ਸਾਨੂੰ ਨਾ ਤਾਂ ਬੁਲਾਇਆ ਗਿਆ ਅਕਾਲ ਤਖਤ ਤੇ, ਨਾ ਸਾਡਾ ਸੁਣਾਈ ਕੀਤੀ ਗਈ। ਅਕਾਲ ਤਖਤ ਨੂੰ ਸਾਡੀ ਸੁਣਾਈ ਕਰਨੀ ਚਾਹੀਦੀ ਸੀ, ਤਾਂ ਫਿਰ ਬਾਰ-ਬਾਰ ਕਹਿੰਦੇ ਨੇ ਵੀ ਸਾਡੀ ਸੁਣਾਈ ਕਰੋ, ਅਸੀਂ ਤਾਂ ਫਿਰ ਅਕਾਲ ਤਖਤ ਨੂੰ ਮੰਨਣ ਵਾਲੇ ਆਦਮੀ ਹੈ, ਸਾਡੀ ਸੁਣਾਈ ਕੀਤੀ ਜਾਵੇ। ਹਾਂਜੀ, ਮੇਰਾ ਸਵਾਲ ਇਹ ਸੀਗਾ, ਅਕਾਲ ਤਖਤ ਤੁਹਾਡੀ ਸਭ ਤੋਂ ਵੱਡੀ ਸੰਸਥਾ ਹੈਗੀ ਹੈ, ਜੇਕਰ ਇੰਨੀ ਵੱਡੀ ਨੌਬਤ ਆਈ ਜਿਹੜੀ ਹੈਗੀ ਯੂਨੀਵਰਸਿਟੀ ਤੇ ਤੁਸੀਂ ਉੱਥੇ ਜਾਣ ਤੋਂ ਕਿਉਂ ਅਸੀਂ ਜਾਣ ਤੋਂ ਨਹੀਂ ਕਤਰਾਉਂਦੇ, ਅੱਜ ਵੀ ਨਹੀਂ ਕਰਾਉਂਦੇ, ਅਸੀਂ ਤਾਂ ਅੱਜ ਵੀ ਗੱਲ ਕਰਨ ਤੋਂ ਤਿਆਰ, ਸਾਡੇ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦਾ ਕੋਈ। ਇਹੀ ਚੀਜ਼ ਹੋ ਗਏ ਨੇ। ਦੂਸਰੀ ਪਾਰਟੀ ਵੀ ਇਹ ਕਹਿ ਰਹੀ ਕਿ ਸਾਡੇ ਨਾਲ ਬੈਠ ਕੇ ਗੱਲ ਕਰੋ, ਅਸੀਂ ਤਾਂ ਕਹਿੰਦੇ ਹਾਂ ਬੈਠ ਕੇ ਗੱਲ ਦੂਜੀ ਕਰੋ। ਪਾਰਟੀ ਕੌਣ ਕਹਿ ਰਹੀ ਹੈ? ਜਿਹੜੇ ਜਿਨ੍ਹਾਂ ਨੇ ਜਿਹੜੇ ਦੇਖੋ ਕੋਈ ਵਿਸ਼ਵਾਸ, ਦੇਖੋ ਕੋਈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ 6 ਤਰੀਕ ਨੂੰ ਉੱਥੋਂ ਲੈ ਕੇ ਆਣਾ ਹੈ ਤੇ ਦਮਦਮਾ ਸਾਹਿਬ ਤੁਸੀਂ ਦਮਦਮਾ ਸਾਹਿਬ ਵਿਰਾਜਮਾਨ ਕਰਾਉਣਾ ਹੈ। ਕੋਈ ਕਹਿ ਰਿਹਾ ਕਿ ਸਾਡੇ ਨਾਲ ਕਮੇਟੀ ਆ ਕੇ ਬੈਠੇ, ਅਸੀਂ ਆਰਾਮ ਨਾਲ ਗੱਲ ਕਰਕੇ ਜੋ ਵੀ ਹੱਲ ਨਿਕਲਦਾ ਹੋਵੇ। ਦੇਖੋ ਮੈਂ ਕਹਿਣਾ ਕਾਨਫਰੰਸ ਵਾਰ-ਵਾਰ ਉਹ ਅੱਜ ਪ੍ਰੈਸ ਕਾਨਫਰੰਸ ਕਰ ਰਹੇ, ਤੁਸੀਂ ਅਲੱਗ ਕਰ ਰਹੇ ਹੋ, ਦੋਨੋਂ ਜਿਹੜੇ ਆਪਸ ਵਿੱਚ ਬੈਠੇ ਕਿਉਂ ਨਹੀਂ ਇਹ ਹੱਲ? ਮੈਂ ਤੁਹਾਨੂੰ ਦੱਸਦਾ, ਅਸੀਂ ਅਕਾਲ ਤਖਤ ਨਾਲ ਬੈਠ ਕੇ ਅਕਾਲ ਤਖਤ ਦਾ ਜਥੇਦਾਰ ਸਾਨੂੰ ਬੁਲਾਵੇ, ਅਸੀਂ ਜਾਣ ਨੂੰ ਤਿਆਰ ਹੈ, ਕਿਤੇ ਕੋਈ ਦਿੱਕਤ ਨਹੀਂ ਹੈ। ਕੋਈ ਸ਼ਰਾਰਤੀ ਤੱਤਵ ਕੋਈ ਹੈ ਉਹਨਾਂ ਨਾਲ ਅਸੀਂ ਕੋਈ ਮੀਟਿੰਗ ਨਹੀਂ ਕਰਾਂਗੇ, ਸਾਡਾ ਕੋਈ ਕਿਸੇ ਨਾਲ ਮੈਟਰ ਨਹੀਂ है। अगर अकाल तख्त आपको नहीं बुलाएगा तो आप नहीं जाओगे क्या? अगर अकाल तख्त आपको नहीं बुलाते हैं तो आप नहीं हम जाओगे? जाए 2 बार जाए, हमारे से बात ही नहीं की, हम 2 बार जाते हैं, पिछली बार भी जाते हैं। मैं कहाँ मना कर रहा हूँ? अभी अकाल तख्त का जथेदार आप आज बुलाए, हम कल को जा रहे, आज बुलाए। अभी अब टाइम क्या हुआ है? 4 सवा 4 साढ़े 4 हो गया, 7 बजे बुला ले, मैं तो 7 बजे जाने को तैयार हूँ। मैं कहाँ मना कर रहा हूँ? को गुमराह करता है। आपसे क्यों नहीं मिल रहा है? ये तो वो बताए, मैं क्या बताऊं? मैं तो कह रहा हूँ हमारे को बुलाया ही नहीं गया, हमारी सुनी नहीं गई। एक पवित्र संस्था है, उसका विधान इसका सुनिए। हाँ तो वो बताए, मैं तो बोल रहा हूँ ना, बोल रहा हूँ आपके सामने। गुमराह कौन कर रहा है कांफ्रेंस साहब को? कौन गुमराह कर रहा है? ये कोई शराबी तत्व है, मेरे को इस चीज का कोई पता नहीं कौन कौन लोग यहाँ से जाते हैं, कौन कौन लोग करता है। ਤੁਸੀਂ 2 ਵਾਰ ਇਹ ਤੁਹਾਡਾ ਮੁਲਾਕਾਤ ਨਹੀਂ ਹੋਈ, ਨਹੀਂ ਗੱਲ ਕੀਤੀ, ਤੁਸੀਂ ਆਪਦਾ ਸਾਰਾ ਫਾਰਮ ਜਿਹੜਾ ਲਿਖਤ ਭੇਜ ਦਿੰਦੇ ਅਕਾਲ ਤਖਤ ਨੂੰ, ਉਹ ਵੀ ਨਹੀਂ ਭੇਜਿਆ ਤੁਸੀਂ। देखो जी ਅਸੀਂ ਕਿਹਨੂੰ ਭੇਜੀਏ? ਸਾਨੂੰ ਤੇ ਦਿਖਾਈਏ ਨਹੀਂ ਕਿ ਸਾਰਾ ਉਹ ਭੇਜ ਦੇ। ਤੁਸੀਂ ਦੇਖੋ 2 ਵਾਰ ਆਏ, ਤੁਹਾਨੂੰ ਮਿਲਣ ਨਹੀਂ ਮਿਲੇ। ਇਹ ਕੁਟਕ ਕਰਵਾਇਆ ਗਿਆ ਅਕਾਲ ਤਖਤ ਤੇ ਜਾ ਕੇ ਵੇਖੋ, ਨਹੀਂ ਕਰਵਾਇਆ ਤਾਂ ਵੀ ਅਕਾਲ ਤਖਤ ਤੋਂ ਕੁਟਕ ਕਰਵਾ ਕੇ ਸਾਡੇ ਕਈ ਬੰਦੇ ਗਏ ਸੀ, ਉਹਨਾਂ ਨੇ ਕੁਟਕ ਕਰਵਾਤਾ, ਉਹਨਾਂ ਨੂੰ ਇਹ ਸਾਰੀ ਚੀਜ਼ਾਂ ਦੇ ਰੱਖੀਆਂ। ਉਹਦੇ ਬਾਅਦ ਹੁਕਮ ਜਾਰੀ ਹੋਇਆ। ਇਹ ਹੁਕਮਨਾਮਾ ਜਾਰੀ, ਸਾਨੂੰ ਤਾਂ ਪਤਾ ਹੀ ਨਹੀਂ ਸੀ ਹੁਕਮਨਾਮੇ ਦਾ ਕਦੋਂ ਜਾਰੀ ਹੋਇਆ। ਹੁਕਮਨਾਮਾ ਜਦੋਂ ਸਾਨੂੰ ਬੁਲਾਇਆ ਨਹੀਂ ਗਿਆ, ਸਾਨੂੰ ਪੁੱਛਿਆ ਨਹੀਂ ਗਿਆ, ਸਾਨੂੰ ਹੁਕਮਨਾਮੇ ਦਾ ਕੀ ਪਤਾ ਕਦੋਂ ਜਾਰੀ ਕੀਤਾ। ਜਦੋਂ ਹੁਕਮਨਾਮਾ ਜਾਰੀ ਕੀਤਾ ਉਸ ਤੋਂ ਬਾਅਦ ਅਸੀਂ ਸਾਰੇ ਡਾਕੂਮੈਂਟ ਪੇਸ਼ ਕੀਤੇ ਹੈ। ਕੋਈ ਇਹਦੇ ਤੋਂ ਉਹ ਗੱਲ ਹੈ ਤੁਸੀਂ ਆਪਣਾ ਸਹੀ ਅਗਰ ਅਕਾਲ ਤਖਤ ਕਹਿ ਰਹੇ ਕਿ ਬਾਹਰ ਸ਼ੁਰੂ ਵਾਪਸ ਦੇ ਦਿਓ, ਵਾਪਸ ਬੁਲਾਓ, ਇਹ ਤੋਂ ਤੁਸੀਂ ਵਾਪਸ ਲੈ ਲੈਣਾ। ਜਦੋਂ ਸਾਡਾ ਕੋਈ ਕਸੂਰ ਨਹੀਂ ਸਹੀ ਹੋ ਤਾਂ ਵਾਪਸ ਮਿਲ ਜਾਏਗਾ। ਨਹੀਂ, ਚਲੋ ਸਾਡਾ ਕਸੂਰ ਹੀ ਨਹੀਂ, ਤਾਂ ਗੁਰੂ ਗ੍ਰੰਥ ਸਾਹਿਬ ਦੇਣ ਦਾ ਪ੍ਰਸ਼ੰਸਨ ਕੀਤੀ ਹੈ, ਸਾਡਾ ਗੁਰੂ ਹੈ, ਅਸੀਂ ਉਸ ਨੂੰ ਮੰਨਦੇ ਹਾਂ। ਅਕਾਲ ਤਖਤ ਦਾ ਹੁਕਮ ਦਾ ਕੋਈ ਮਹੱਤਵ ਨਹੀਂ ਸਾਡੇ ਲਈ। ਦੇਖੋ ਜੀ ਅਸੀਂ ਅਕਾਲ ਤਖਤ ਦਾ ਮਹੱਤਵ ਤਾਂ ਰੱਖਦੇ ਹਾਂ, ਲੇਕਿਨ ਸਾਨੂੰ ਜਦੋਂ ਤੱਕ ਬੁਲਾਇਆ ਹੀ ਨਹੀਂ ਗਿਆ ਇੱਕ ਤਰਫਾ ਫੈਸਲਾ, ਤਾਂ ਅਸੀਂ ਕਿਵੇਂ ਕਹਿ ਦਈਏ ਵੀ ਸਾਡਾ ਸਹੀ ਫੈਸਲਾ ਹੋਇਆ? ਜਿੱਥੇ ਸਾਡਾ ਸਹੀ ਫੈਸਲਾ ਨਹੀਂ ਹੁੰਦਾ ਅਸੀਂ ਕਿਵੇਂ ਮੰਨੀਏ ਉਸ ਨੂੰ? ਤੁਸੀਂ ਅਕਾਲ ਤਖਤ ਤੇ ਉਰੀ ਉਠਾਏ ਹੋਣੇ ਅਸੀਂ ਬਿਲਕੁਲ ਫੈਸਲਾ ਸਹੀ ਅਕਾਲ ਤਖਤ ਤੋਂ ਅੱਜ ਵੀ ਅਸੀਂ ਮੀਡੀਆ ਸਾਹਮਣੇ ਵੀ ਕਹਿਣਾ ਚਾਹੁੰਦੇ ਹਾਂ ਵੀ ਅਕਾਲ ਤਖਤ ਦਾ ਜਥੇਦਾਰ ਸਾਨੂੰ ਸੱਦੇ ਤੇ ਸਾਡੀ ਸੁਣੇ ਤੇ ਸਾਡਾ ਪੱਖ ਕਰਕੇ ਉਸ ਤੋਂ ਬਾਅਦ ਜੋ ਫੈਸਲਾ ਹੈ ਅਕਾਲ ਤਖਤ ਬੜੀ ਜੀ ਸੰਸਥਾ ਜਿਹਨੂੰ ਕੋਈ ਮਰਜ਼ੀ ਸ਼ਰਾਬ ਤੱਤ ਜੋ ਮਰਜ਼ੀ ਪੂਰਾ ਕਰ ਸਕਦਾ ਹੈ। ਦੇਖੋ ਜੀ ਇਹ ਤਾਂ ਉਹ ਦੇਖਣ ਵੀ ਕਿਸੇ ਸ਼ਰਾਬੀ ਤੱਤ ਨੇ ਕਰਿਆ, ਸਾਡੇ ਕੋਲ ਡਾਕੂਮੈਂਟ ਲੈ ਵੀ ਨਹੀਂ। ਇੱਕ ਤਾਂ ਤੁਸੀਂ ਕਹਿੰਦੇ ਹੋ ਅਕਾਲ ਤਖਤ ਸਾਡੇ ਕੋਲ ਸਾਰਾ ਕੁਝ ਹੈ, ਦੂਜਾ ਤੁਸੀਂ ਕਹਿੰਦੇ ਹੋ ਕਿ ਕੋਈ ਵੀ ਗੋਰਾ ਕਰ ਸਕਦਾ ਹੈ, ਇਹ ਦੋ ਗੱਲਾਂ ਕਿਵੇਂ ਚੱਲਣਗੀਆਂ? ਦੇਖੋ ਜੀ ਮੈਂ ਤੁਹਾਨੂੰ ਕਹਿਣਾ ਅਕਾਲ ਤਖਤ ਸਾਡਾ ਸਾਰਾ ਕੁਝ ਹੈ, ਲੇਕਿਨ ਉਸ ਨੂੰ ਕਿਸੇ ਨੇ ਗੁੰਮਰਾਹ ਕੀਤਾ ਤਾਂ ਮੇਰਾ ਤਾਂ ਕੋਈ ਦੋਸ਼ ਨਹੀਂ ਹੈ ਨਾ। ਮੈਂ ਤਾਂ ਤੁਹਾਨੂੰ ਡਾਕੂਮੈਂਟ ਦੇ ਰਹੇ ਹਾਂ, ਸਾਰੀ ਗੱਲ ਜਿੱਦਾਂ ਕਿ ਤੁਹਾਨੂੰ ਦੱਸ ਰਿਹਾ। ਹੁਕਮਨਾਮੇ ਜਿਹੜੇ ਜਾਰੀ ਹੁੰਦੇ ਨੇ ਉਹ ਕੋਈ ਨਾ ਕੋਈ ਸ਼ਕਤੀ ਨਜ਼ਰ ਨਾਲ ਦੇਖੇ ਜਾਣਗੇ ਉਹਨਾਂ ਨੂੰ। ਦੇਖੋ ਜੀ ਇਹ ਮੈਂ ਇਹ ਗੱਲ ਨਹੀਂ ਕਹਿ ਰਿਹਾ ਸ਼ਕਤੀ ਨਜ਼ਰ ਨਾਲ, ਮੈਂ ਨਹੀਂ ਕਹਿ ਰਿਹਾ ਇਹ ਸ਼ਕਤੀ ਨਜ਼ਰ ਨਾਲ ਦੇਖਦੇ ਬਿਲਕੁਲ ਇਹ ਗਲਤ ਗੱਲ ਹੈ। ਅਕਾਲ ਤਖਤ ਦੇ ਤੁਕਾਂ ਦੇ ਤੁਸੀਂ ਸਵਾਲ ਖੜਾ ਕਰ ਰਹੇ ਹੋ, ਬਿਲਕੁਲ ਗਲਤ ਗੱਲ ਹੈ, ਲੇਕਿਨ ਜੋ ਯਥਾਰਥ ਸਾਡੇ ਨਾਲ ਬੀਤੀ ਹੈ ਜਾਨੀ ਕਰਦੇ ਹੈਗੇ ਸਿੰਘ ਸਾਹਿਬ ਵੇਖ ਦੇ ਰਿਹਾ ਔਰ 6 ਤਰੀਕ ਨੂੰ ਕੀ ਤੁਹਾਡਾ ਕੀ ਰਹੇਗਾ ਅਗਰ ਇਸ ਤਰੀਕੇ ਦੀ ਦੇਖੋ ਜੀ ਕਿ ਤੁਸੀਂ ਸਮਾਜ ਵਾਪਸ ਦਿਓਗੇ ਜਾਂ ਕੀ ਸੁਣ ਲਓ, ਉਹ ਵੀ ਤੁਹਾਡਾ ਐਕਸ਼ਨ ਕੀ ਹੋਊਗਾ? ਅਸੀਂ ਜਦੋਂ ਸਾਨੂੰ ਪਤਾ ਲੱਗਿਆ ਵੀ ਕੋਈ ਸ਼ਰਾਰਤੀ ਤੱਤਾਂ ਨੇ ਇਸ ਤਰ੍ਹਾਂ ਕਰਕੇ ਕੋਈ ਪ੍ਰਮਾਣ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਇਤੋਂ ਪਾਵਨ ਗੁਰੂ ਨੂੰ ਸਾਡੇ ਕੋਲ ਲਿਜਾਣਾ ਚਾਹੁੰਦੇ ਤਾਂ ਅਸੀਂ ਕੋਰਟ ਗਏ। ਕੋਰਟ ਜਾ ਕੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਨਾਲ ਨਿਆਂ ਹੋ ਰਿਹਾ ਤੇ ਕੋਰਟ ਪੇਸ਼ ਕੀਤੇ ਡਾਕੂਮੈਂਟ ਉਹਨਾਂ ਨੇ ਸਾਨੂੰ ਉਹਦਾ ਸਟੇ ਦਿੱਤਾ ਤੇ ਅਸੀਂ ਉਸ ਸਟੇ ਦੇ ਉੱਤੇ ਜੋ ਦੁਬਾਰੇ ਇਹਨਾਂ ਨੇ ਸੀਸੀਟੀਵੀ ਦਾ ਐਲਾਨ ਕੀਤਾ ਕਿ ਅਸੀਂ ਉਹਦੇ ਪ੍ਰੋਟੈਕਸ਼ਨ ਵਾਸਤੇ ਸੁਰੱਖਿਆ ਵਾਸਤੇ ਕੋਰਟ ਗਏ ਸੀ। ਉਹ ਸਾਨੂੰ ਅੱਜ ਸੁਰੱਖਿਆ ਮਿਲ ਗਈ ਹੈ। ਉਹ 12/8 ਤੱਕ ਸਾਡੀ ਸੁਰੱਖਿਆ ਹੈ ਗੁਰੂ ਸਾਹਿਬ ਦੀ। ਉਹ ਗੁਰੂ ਸਾਹਿਬ ਸਾਡੇ ਪਾਵਨ ਸਰੂਪ ਉੱਤੇ ਰਹਿਣ। 12/8 25/12 Allah के स्वरूप को रहने बिल्कुल उत्ते रहਣ। ਉੱਥੋਂ ਤੁਸੀਂ
ਜਾਣ ਨਹੀਂ ਦਿੰਦੇ। ਬਿਲਕੁਲ ਨਗਰ ਦੇ ਆਦੇਸ਼ ਅਨੁਸਾਰ ਜੋ ਵੀ ਹੈ ਉਹ ਕੇ ਰਹਿਣਗੇ ਤੇ ਅਸੀਂ ਕੱਲ ਤੱਕ ਤੇ ਜਾਣ ਨੂੰ ਤਿਆਰ ਹਾਂ। ਸਾਨੂੰ ਪਤਾ ਨਹੀਂ ਤਾਂ ਜ਼ਰੂਰ ਜਾਵਾਂਗੇ। ਅਕਾਲ ਤੱਕ ਸਾਨੂੰ ਜੋ ਵੀ ਨਿਰਣਾ ਕਰੂਗਾ ਸਾਡਾ ਸੁਣ ਕੇ ਪੱਖ ਸਾਡਾ ਨਿਰਣਾ ਕਰੇ ਅਸੀਂ ਤਿਆਰ ਹਾਂ। ਕੋਈ ਉਹਦੇ ਅਗਰ ਸਾਨੂੰ ਕੋਈ ਗਲਤ ਤੱਥ ਪੇਸ਼ ਕਰਕੇ ਕਿਸੇ ਨੂੰ ਗਲਤ ਕਰਿਆ ਅਕਾਲ ਤੱਕ ਨੂੰ ਤਾਂ ਅਸੀਂ ਅਕਾਲ ਤੱਕ ਨੂੰ ਅਸੀਂ ਆਪ ਦੇ ਪੱਖ ਰੱਖਣ ਨੂੰ ਤਿਆਰ ਹਾਂ। 2 ਵਿਗੇ ਜ਼ਮੀਨ ਵਾਲਾ ਤੇ ਮਾਮਲਾ ਹੈ ਵੀ ਤੁਸੀਂ ਲੋਕ ਉੱਥੇ ਵਾਪਸ ਦੇਣ ਨੂੰ ਤਿਆਰ ਹੋਏ ਸਾਡੇ 2 ਵਿਗੇ ਜ਼ਮੀਨ ਦੇ ਦਿੱਤੀ ਜਾਵੇ ਇਹ ਤਾਂ ਕੀ ਮਾਮਲਾ ਹੈ 2 ਕਿੱਲੇ ਜ਼ਮੀਨ 2 ਵਿਗੇ ਜ਼ਮੀਨ ਵਾਲਾ ਨਹੀਂ ਮੈਂ ਕਿਸੇ ਨੂੰ ਕੁਛ ਕਿਹਾ ਨਹੀਂ। ਇਹ ਸੁਣਨ ਨੂੰ ਚਾਹਿਆ ਵੀ ਇਹ ਸੁਣਨ ਨੂੰ ਕੋਈ ਪੇਮੈਂਟ ਚੌਕ ਤੇ ਤਾਂ ਹੋਈ ਹੈ। ਦੇਖੋ ਮੈਂ ਤੁਹਾਨੂੰ ਦੱਸਾਂ ਇਸ ਮੈਟਰ ਦੇ ਵਿੱਚ ਕਈ ਸ਼ਰਾਰਤੀ ਤੱਤਵ ਆ ਗਏ। ਕਿਸੇ ਨੇ ਕੁਛ ਬੋਲਤਾ ਕਿਸੇ ਨੇ ਕੁਛ ਬੋਲਤਾ ਲੇਕਿਨ ਮੈਂ ऐसा कुछ नहीं बोलेगा ना कोई है जो गुस्सा में गुस्सा बढ़ा ਸਿੰਘ ਸਾਹਿਬ ਹੁਣ ਵਿਚਾਰੇ ਬਹੁਤ ਸਾਰੀਆਂ ਜਥੇਬੰਦੀਆਂ ਸ਼ੀਰੀ ਨੂੰ ਉੱਥੇ ਚੜਾਈ ਕਰ ਰਹੀ ਹੈ। ਅਗਰ ਕੋਈ ਟਕਰਾਅ ਦੀ ਸਥਿਤੀ ਆ ਰਹੀ ਹੈ ਤਾਂ ਕੌਣ देखो कोई जथेबंदी नहीं आ रही। सारी जथेबंदियों ਨਾਲ ਸਾਡੀ ਗੱਲ ਹੋ ਰਹੀ ਹੈ। ਕੁਝ ਜਥੇਬੰਦੀਆਂ ਆ ਕੇ ਦੇਖਦੀਆਂ ਉਹਨਾਂ ਨੇ ਇਹ ਕਿਹਾ ਕਿ ਬਹੁਤ ਦੁਖਦਾਈ ਘਟਨਾ ਹੋਈ ਹੈ ਵੀ ਇਹ ਸ਼ਰਾਰਤੀ ਤੱਤਵਾਂ ਨੇ ਗਲਤ ਗੁੰਮਰਾਹ ਕਰਕੇ ਕੱਲ ਤੱਕ ਨੂੰ ਇਹ ਜਿਹੜਾ ਕਰਿਆ ਇਹਨਾਂ ਨੇ ਤੇ ਉਹ ਕੋਈ ਨਹੀਂ ਆ। ਸ਼ਰਾਰਤੀ ਤੱਤਵ ਹੈ ਕੌਣ? ਦੇਖੋ ਜੀ ਕੋਈ ਹੈਗੇ ਆ ਇੱਥੋਂ ਦੇ ਲਾਗੇ ਪਾਗੇ ਤੇ ਕੋਈ ਹੈਗੇ ਆ। ਮੈਂ ਉਹਨਾਂ ਨੂੰ ਕਿਹਦਾ ਨਾਮ ਲੈਂਦਾ ਕਿ ਨਾ ਮੈਨੂੰ ਕੋਈ ਪਤਾ ਨਹੀਂ ਹੈ। ਪਤਾ ਨਹੀਂ ਤੁਹਾਨੂੰ ਸੁਰੱਖਿਆ ਦੇ ਵਿੱਚ 12 ਤਰੀਕ ਦੀ ਹੈ ਜਾਂ ਆਪਣੇ 1 ਮਹੀਨਾ 2 ਦਿਨ ਮਿਲਿਆ ਮਤਲਬ ਜੀ। ਲਓ ਜੀ ਇਹ ਸਾਰੀ ਗੱਲ ਮੈਂ ਅੱਜ ਮੀਡੀਆ ਦੇ ਸਾਹਮਣੇ ਤੇ ਸਾਰੇ ਮੀਡੀਆ ਨੂੰ ਫਿਰ ਵੀ ਮੈਂ ਬਾਰ-ਬਾਰ ਇਹ ਕਹਿਣਾ ਚਾਹੁੰਦਾ ਵੀ ਜ਼ੀਰੋ ਲੈਣ ਤੋਂ ਲੈ ਕੇ ਪੂਰੀ ਇਹ ਘਟਨਾ ਜਿਹੜੀ ਹੈ ਵੀ ਉੱਥੋਂ ਦੀ ਜਾ ਕੇ ਮੀਡੀਆ ਸਮੇਤ ਤੇ ਸਾਰਿਆਂ ਨੂੰ ਦੱਸੀ ਜਾਵੇ ਤੇ ਗੱਲ ਵੀ ਉੱਥੇ ਇਸ ਟਾਈਮ ਜੋ ਹੈ ਉਹ ਦਿਖਾਈ ਜਾਵੇ, ਪੂਰੇ ਵਰਲਡ ਦਿਖਾਈ ਜਾਵੇ, ਪੂਰੇ ਸਾਰਿਆਂ ਨੂੰ ਦੱਸਿਆ ਜਾਵੇ ਕਿ ਅਗਰ ਉੱਥੇ ਕੋਈ ਬੇਅਦਬੀ ਹੁੰਦੀ ਹੈ ਤਾਂ ਅਸੀਂ ਪਾਵਨ ਸਰੂਪ ਗ੍ਰੰਥ ਸਾਹਿਬ ਜੀ ਦੇ ਅਸੀਂ ਅਕਾਲ ਤਖਤ ਨੂੰ ਸਤਿਕਾਰ ਕਰਨ ਨੂੰ ਤਿਆਰ ਹਾਂ। ਕੋਈ ਸਾਡੇ ਨਹੀਂ ਸਾਡਾ ਤਾਂ ਹੈਪੀ ਨਾਲ ਕੀ ਲੋੜ ਹੈ। ਕੋਈ ਆਵੇ ਕੋਈ ਜਾਵੇ, ਗੁਰਦੁਆਰੇ ਦੁਨੀਆ ਹੀ ਆਉਂਦੀ ਹੈ, ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਆਉਂਦੇ ਆ। ਜੇ ਕੋਈ ਹੈਪੀ ਹੈ ਜਾਂ ਗੁਰਸਾਹਿਬ ਹੈਪੀ ਹੈ ਉਹ ਆਉਂਦਾ ਤਾਂ ਸਾਨੂੰ ਕੀ ਤਰ੍ਹਾਂ ਹੈ, ਸਾਨੂੰ ਕੋਈ ਤਰ੍ਹਾਂ ਨਹੀਂ। देखो ਜਿਹੜੇ ਸ਼ਰਾਰਤੀ ਤੱਤਾਂ ਨੇ ਜਿਹੜਾ ਕੰਮ ਕਰਨਾ ਹੈ ਉਹ ਉਹਨਾਂ ਨੇ ਕਰਨਾ ਹੈ। ਦੇਖੋ ਵੀ ਕੋਈ ਕਹਿ ਦੇ ਗੁਰਦੁਆਰੇ 'ਚ ਮੁਸਲਮਾਨ ਆ ਗਿਆ ਜਾਂ ਕਿਸੇ ਗੁਰਦੁਆਰੇ 'ਚ ਹਿੰਦੂ ਆ ਗਿਆ ਤਾਂ ਉਹਨੇ ਆਉਣਾ ਹੈ। ਉਹ ਗੁਰੂ ਦਾ ਘਰ ਹੈ, ਉਹ ਦੁਨੀਆ ਹੀ ਆਉਂਦੀ ਹੈ, ਕੌਣ ਨਹੀਂ ਆਉਂਦਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਹਾਡੇ ਆਪਣੇ ਗ੍ਰੰਥ ਸਾਹਿਬ ਪੁਲਿਸ ਨੇ ਸਬੂਤ ਕੀਤੇ ਸੀ ਤਿੰਨ ਏਜੰਟ ਤੋਂ, ਉਹ ਸਾਨੂੰ ਵਾਪਸ ਦਿੱਤੇ ਆ ਨਾ। ਅਸੀਂ ਉੱਥੇ ਉਹਨਾਂ ਦੀ ਜੋ ਗੁਰੂ ਮਰਿਆਦਾ ਦੇ ਅਨੁਸਾਰ ਅਸੀਂ ਉੱਥੇ ਉਹਨਾਂ ਦੀ ਸੇਵਾ ਕਰਾਂਗੇ। ਆਹ ਅਸੀਂ ਉੱਥੇ ਕੋਰਟ ਦੇ ਵਿੱਚ ਲਾਇਆ ਸੀਗਾ ਕਿ ਅਸੀਂ ਇਹ ਨਹੀਂ ਕਿ ਕੋਰਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪੇਸ਼ ਹੋ ਜਾਵੇ। ਇਹਦੀ ਕਾਪੀ ਦੇ ਦਿਓ, ਠੀਕ ਹੈ। ਦੂਜੀ ਗੱਲ ਜੋ ਟਿੰਮਾ ਬੋਲ ਰਿਹਾ ਹੈਗਾ ਕਿ ਬਾਬਾ ਦੀਪ ਸਿੰਘ ਗੁਰਦੁਆਰਾ ਢਾਉਣ ਵਾਸਤੇ ਜਗਸੀਰ ਸਿੰਘ ਨੇ ਐਪਲੀਕੇਸ਼ਨ ਲਾਈ ਹੈ ਕੋਰਟ ਦੇ ਵਿੱਚ, ਉਹ ਬਿਲਕੁਲ ਝੂਠ ਬੋਲ ਰਿਹਾ ਹੈ। ਮੇਰਾ ਨਾਮ ਜਗਸੀਰ ਸਿੰਘ ਹੈ। ਆਹ ਜੀ ਮੁਕੱਦਮਾ ਨੰਬਰ ਹੈ, ਆਹ ਕੋਰਟ ਦੇ ਵਿੱਚ ਅਸੀਂ ਐਪਲੀਕੇਸ਼ਨ ਲਾਈ ਹੈਗੀ ਹੈ, ਆਹ ਤੁਸੀਂ ਦੇਖ ਸਕਦੇ ਆ ਸਾਰੇ। ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਇਹ ਲਾਈ ਹੈ ਕਿ 2012 ਦੇ ਵਿੱਚ ਕੋਰਟ ਦੇ ਹੁਕਮਾਂ ਅਨੁਸਾਰ 3 ਪੁਲੀ ਤੋਂ ਲੈ ਕੇ ਕੁੰਜ ਬਿਹਾਰ ਤੱਕ ਰਸਤਾ ਚਾਲੂ ਕਰ ਦਿੱਤਾ ਗਿਆ ਸੀਗਾ। ਇਹਨਾਂ ਨੇ ਸ਼ਰਾਰਤੀਆਂ ਨੇ ਉੱਥੇ ਫਿਰ ਗੁਰੂ ਘਰ ਦੀ ਉਸਾਰੀ ਕਰਤੀ। ਅਸੀਂ ਕੋਰਟ ਦੇ ਵਿੱਚ ਇਹ ਐਪਲੀਕੇਸ਼ਨ ਲਾਈ ਕਿ ਸਾਡੇ ਧਰਮ ਦੇ ਵਿੱਚ ਇਹ ਲਿਖਿਆ ਗਿਆ ਹੈ, ਰਸੀਦ ਦੇ ਉੱਤੇ ਵੀ ਲਿਖਿਆ, ਤੁਹਾਨੂੰ ਮੈਂ ਵਿਖਾ ਦਿੰਦਾ ਕਿ ਰਸੀਦ ਦੇ ਉੱਤੇ ਬਕਾਇਦਾ ਲਿਖਿਆ ਹੋਇਆ ਹੈ ਕਿ ਵਿਵਾਦਿਤ ਜਗ੍ਹਾ ਔਰ ਕਬਜ਼ੇ ਵਾਲੀ ਜਗ੍ਹਾ ਦੇ ਉੱਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਸਥਾਪਿਤ ਨਹੀਂ ਕਰ ਸਕਦੇ। ਇਹ ਕਬਜ਼ੇ ਵਾਲੀ ਜਗ੍ਹਾ ਦੇ ਉੱਤੇ ਵਿਵਾਦਿਤ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਸਥਾਪਿਤ ਕਰਤੇ, ਉਸ ਤੋਂ ਉਹਦਾ ਪ੍ਰਕਾਸ਼ ਕਰਤਾ। ਐਸ ਕਰਕੇ ਸਾਨੂੰ ਦੁੱਖ ਹੋਇਆ। ਅਸੀਂ ਕੋਰਟ ਦੇ ਵਿੱਚ ਇਹ ਐਪਲੀਕੇਸ਼ਨ ਲਾਈ ਹੈ ਕਿ ਜਿਹੜੇ ਬੰਦਿਆਂ ਨੇ ਉੱਥੇ ਗੁਰੂ ਘਰ ਦੀ ਉਸਾਰੀ ਕੀਤੀ ਹੈਗੀ ਹੈ ਉਹਨਾਂ ਬੰਦਿਆਂ ਦੇ ਉੱਤੇ ਮੁਕੱਦਮਾ ਦਰਜ ਹੋ ਕੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ, ਕਿ ਬਲਕਿ ਗੁਰੂ ਘਰ ਢਾਇਆ ਜਾਵੇ। ਉਹ ਪ੍ਰਸ਼ਾਸਨ ਦਾ ਕੰਮ ਹੈ, ਕੋਰਟ ਦਾ ਕੰਮ ਹੈ ਢਾਉਣਾ ਨਾ ਢਾਉਣਾ। ਸਾਡੀ ਮੰਗ ਇਹ ਹੈ ਕਿ ਜੇ ਕੇਂਦਰਪਾਲ ਸਿੰਘ ਚੀਮਾ ਕਮੇਟੀ ਨੇ ਸੜਕ ਦੀ ਜਗ੍ਹਾ ਤੇ ਨਹਿਰ ਦੀ ਜਗ੍ਹਾ ਦੇ ਉੱਤੇ ਗੁਰੂ ਘਰ ਬਣਾਇਆ ਹੈ ਤਾਂ ਉਹਨਾਂ ਦੇ ਉੱਤੇ
ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਹ ਨਹੀਂ ਕਿ ਗੁਰੂ ਘਰ ਢਾਇਆ ਜਾਵੇ। ਉਹ ਪ੍ਰਸ਼ਾਸਨ ਦਾ ਮੁੱਦਾ, ਪ੍ਰਸ਼ਾਸਨ ਢਾਵੇ ਨਾ ਢਾਵੇ ਉਹਨਾਂ ਦਾ ਹੈ, ਉਹ ਬਾਅਦ ਦਾ ਮੈਟਰ ਹੈ। ਅਸੀਂ ਤਾਂ ਇਹੀ ਐਪਲੀਕੇਸ਼ਨ ਲਾਈ ਹੈ ਕਿ ਜਿਹੜਾ ਉੱਥੇ ਗੁਰੂ ਘਰ ਬਣਿਆ, ਜਿਹੜੇ ਬੰਦਿਆਂ ਨੇ ਬਣਾਇਆ, ਬਣਾਉਣ ਵਾਲਿਆਂ ਦੇ ਖਿਲਾਫ ਬਣਾਉਣ ਵਾਲਿਆਂ ਦੇ ਖਿਲਾਫ ਮੁਕੱਦਮਾ ਦਰਜ ਹੋਵੇ। ਇਹ ਐਪਲੀਕੇਸ਼ਨ ਲਾਈ ਹੈ ਕਿ ਗੁਰੂ ਘਰ ਢਾਉਣ ਦੀ ਗੱਲ ਤੁਹਾਡੇ ਸਾਹਮਣੇ ਦੱਸਿਆ ਹੈ। ਹਾਂ, ਪੁਰਾਣੀਵਾਦੀ ਚ ਮੁਕੱਦਮਾ ਨੰਬਰ 88 ਮਤਲਬ ਬੇਅਦਬੀ ਕੀਤੀ ਹੈ ਉਹਨਾਂ ਉਹਨੇ ਖੁਦ ਬੇਅਦਬੀ ਕਰ ਰਿਹਾ, ਇਲਜ਼ਾਮ ਦੂਜਿਆਂ ਤੇ ਲਾ ਰਿਹਾ ਹੈ ਬੇਅਦਬੀ ਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।